सतगुर प्रसाद। ज्ञान ध्यान किच कर्म ना जाना, नाहिन निर्मल करनी। साध संगत के अंचल लाओ, बिखम नदी जाए तरनी। साध संगत के अंचल लाओ, बिखम नदी जाए तरनी। सतनाम वाहिगुरु साहिब जियो। राग सूही महला पंजवा, अष्टपदियाँ कर नौवां। एक ओंकार सतगुर प्रसाद। जिन डिठिया मन रहसिए, क्यों पाइए तिन संग जियो। संत सजन मन मित्र से, लाइन प्रभ स्यों रंग जियो। जिन डिठिया मन रहसिए, क्यों पाइए तिन संग जियो। संत सजन मन मित्र से, लाइन प्रभ स्यों रंग जियो। तिन स्यों प्रीत न टुटही, कबहू न होवै भंग जियो। पार ब्रह्म प्रभ कर दया, गुण गावां तेरे नित जियो। आए मिलो संत सजना, नाम जपैं मन मित जियो। रहा देखै सुने ना जाणई, माया मोहया अंध जियो। काची देहा विणसणी, कूड़ कमावै तंद जियो। नाम ते आवहें से जिण चले, गुरपूरे संबंध जियो। हुक्मे जुग में आया, चलन हुक्म संजोग जियो। हुक्मे पर पंच पसरिया, हुक्म करे रस भोग जियो। जिसनो करता विसरै, तिसै विछोड़ा सोग जियो। आपनड़े प्रभ पाणिया, दरगह पैंदा जाए जियो। ऐथै सुख मुख उजला, इको नाम ते आए जियो। आदर दिता पार ब्रह्म, गुर सेविया सत पाए जियो। थान थनंतर रव रहिया, सर्ब जियां प्रतिपाल जियो। सच खजाना संचया, एक नाम धन माल जियो। मन ते कबहू ना विसरै, जां आपे होए दयाल जियो। आवण जाना रह गए, मन उठा निरंकार जियो। तां का अंत न पाइयै, ऊंचा अगम अपार जियो। जिस प्रभ अपना विसरै, सो मर जमै लखवार जियो। साच ने तिन प्रीतमा, जिन मन उठा आप जियो। गुण सांझी तिन संग बसे, आठ पहर प्रभ जाप जियो। रंग रते परमेश्वरै, बिन से सगल संताप जियो। तू करता तू करनहार, तू है एक अनेक जियो। तू समरथ तू सर्ब में, तू है बुद्ध विवेक जियो। नानक नाम सदा जपी, भगत जना की टेक जियो। तू समरथ तू सर्ब में, तू है बुद्ध विवेक जियो। नानक नाम सदा जपी,
ਭਗਤ ਜਨਾ ਕੀ ਟੇਕ ਜਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼। ਢਲਦੀ ਸ਼ਾਮ ਅਸੀਂ ਸਤਸੰਗਤ ਮਾਣ ਰਹੇ ਹਾਂ। ਟੈਲੀਵਿਜ਼ਨ ਰਾਹੀਂ ਜਾਂ ਹੋਰ ਮੀਡੀਆ ਆਊਟਲੈਟਸ ਰਾਹੀਂ ਘਰਾਂ ਥਾਵਾਂ ਤੋਂ ਵੀ ਗੁਰ ਸ਼ਬਦ ਨਾਲ ਆਪਣੀ ਸੁਰਤ ਨੂੰ ਸਰਸ਼ਾਰ ਕਰ ਰਹੇ ਸਮੂਹ ਜੋ ਦਰਸ਼ਕ ਸਾਹਿਬਾਨ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਲੜੀਵਾਰ ਗੁਰਬਾਣੀ ਵਿਆਖਿਆ ਵਿੱਚ ਸੂਹੀ ਰਾਗ ਦੇ ਅਸ਼ਟਪਦੇ ਚੱਲਦੇ ਨੇ। ਗੁਰੂ ਅਰਜਨ ਸਾਹਿਬ ਦੁਆਰਾ ਉਚਰਿਤ ਕੀਤਾ ਹੈ ਮੁਕਾਮੀ ਬਚਨ ਬੜੇ ਅਜੀਜ਼ ਸੀ। ਅਜੇ ਸ਼ੁਰੂਆਤੀ ਪੜਾਅ 'ਤੇ ਹੈਗੇ ਆ। ਬਚਨ ਦੀ ਵਿਆਖਿਆ ਰਹਾਉ ਦੇ ਬੰਦ ਦੀ ਸਰਸਰੀ ਨਜ਼ਰ ਨਾਲ ਪ੍ਰਾਰੰਭ ਕਰਾਂਗੇ। ਉਪਰੰਤ ਜੋ ਪਤਾ ਅੱਜ ਸ਼ੁਰੂ ਹੋਣਾ ਹੈ ਉਹ 3 ਨੰਬਰ ਹੈ। ਸਾਹਿਬ ਜੋ ਜ਼ਿਕਰ ਕਰ ਰਹੇ ਸੀਗੇ, ਪਾਰ ਬ੍ਰਹਮ ਪ੍ਰਭ ਕਰ ਦਇਆ, ਗੁਣ ਗਾਵਾਂ ਤੇਰੇ ਨਿਤ ਜੀਓ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ, ਉਹ ਬ੍ਰਹਮ ਰੂਪ ਜਿਹੜਾ ਸਭ ਜਗ੍ਹਾ 'ਤੇ ਵਿਦਮਾਨ ਹੈ, ਜਿਹਦੀ ਹੋਂਦ ਨੂੰ ਅਸੀਂ ਅਕਲ, ਸੋਚ, ਸਮਝ ਇਸ ਕਿਸੇ ਚੀਜ਼ ਦੇ ਨਾਲ ਵੀ ਨਾਪ ਨਹੀਂ ਸਕਦੇ। ਪਾਰ ਬ੍ਰਹਮ, ਉਸ ਬ੍ਰਹਮ ਅੱਗੇ, ਉਸ ਪਾਰ ਬ੍ਰਹਮ ਅੱਗੇ ਅਰਦਾਸ ਹੈ, ਤਰਸ ਕਰ ਸਾਡੇ 'ਤੇ। ਗੁਣ ਗਾਵਾਂ ਤੇਰੇ ਨਿਤ ਜੀਓ, ਤੇਰੇ ਨਿਤਾ ਪ੍ਰਤੀ ਗੁਣਗਾਨ ਕਰਾਂ, ਤੇਰੀ ਸਤੁਤੀ, ਤੇਰੀ ਤਾਰੀਫ, ਤੇਰੇ ਗੁਣਗਾਨ ਵਿੱਚ ਆਪਣੇ ਆਪ ਨੂੰ ਲਾ ਲਵਾਂ। ਫਿਰ ਸੀਗਾ ਆਏ ਮਿਲੋਂ ਸੰਤ ਸੱਜਣਾ, ਨਾਮ ਜਪੈ ਮਨ ਮਿਤ ਜੀਓ। ਇਹੋ ਜਿਹੇ ਸੰਤ ਸੱਜਣ ਮਿਲ ਜਾਣ ਜਿਹੜੇ ਨਿਤਾ ਪ੍ਰਤੀ ਨਾਮ ਜਪਣ ਦੇ ਨਾਲ ਮੇਰੀ ਸਾਂਝ ਪਵਾ ਦੇਣ। ਇਸ ਤਰੀਕੇ ਦੀ ਮੇਰੀ ਜੀਵਨ ਜਾਂਚ ਹੋ ਜਾਏ। ਸੋਨੇ ਦੇ ਮਾਇਨੇ ਬੀਤੇ ਕੱਲ੍ਹ ਵੀ ਅਸੀਂ ਡਿਸਕਸ ਕੀਤੇ ਬੜੇ ਡਿਟੇਲ ਵਿੱਚ ਕਿ ਇਹੋ ਜਿਹੇ ਸੰਜੋਗ, ਇਹੋ ਜਿਹੇ ਹਾਲਾਤ, ਇਹੋ ਜਿਹਾ ਆਲਾ ਦੁਆਲਾ ਐਨਵਾਇਰਮੈਂਟ ਜਿਹਨੂੰ ਕਹਿੰਦੇ ਹਾਂ ਅਸੀਂ, ਉਹ ਮਿਲ ਜਾਏ ਜਿਹਦੇ 'ਚ ਚੰਗਾ ਜੀਵਨ ਵਿੱਚ ਚੰਗੀਆਂ ਚੋਣਾਂ, ਇਹ ਅਲਟੀਮੇਟ ਡੈਸਟਨੀ ਹੋ ਜਾਏ। ਅਹਿਸਾਸ ਹੋਏ ਕਿਸੇ ਪਾਸੇ ਜਾਣਾ ਆ, ਹੋਰ ਚੋਇਸਿਸ ਹੀ ਖਤਮ ਹੋ ਜਾਣ ਸਾਰੀਆਂ। ਸਿਰਫ ਸਹੀ ਪਾਸੇ, ਸੁਚੱਜ ਪਾਸੇ, ਸਚਿਆਰਤਾ ਵਾਲੇ ਪਾਸੇ, ਮਨੁੱਖਤਾ ਵਾਲੇ ਪਾਸੇ, ਜੋ ਅਧਿਆਤਮੀ ਤੌਰ 'ਤੇ, ਆਤਮਿਕ ਤੌਰ 'ਤੇ ਸਰਬੁਲੰਦਗੀ ਹੈ, ਉਹਨੂੰ ਹਾਸਲ ਕਰਨ ਵਾਸਤੇ ਅਗਰਸਰ ਹੋਣਾ ਹੈਗਾ। ਸੋ ਇਸ ਕਿਸਮ ਦੀ ਮੰਗ ਲਈ ਇਹੋ ਜਿਹੇ ਸੰਤ ਜਨ, ਇਹੋ ਜਿਹੇ ਮਿੱਤਰਗਣ, ਇਹੋ ਜਿਹੇ ਸਨੇਹੀ, ਇਹੋ ਜਿਹੇ ਸਾਂਝ ਪਾਉਣ ਵਾਲੇ ਉਹਨਾਂ ਰੂਹਾਂ ਦੀ, ਉਹਨਾਂ ਸਾਥੀਆਂ ਦੀ, ਉਹਨਾਂ ਸਾਥ ਦੀ ਮੰਗ ਹੋ ਰਹੀ ਹੈ ਇਹਦੇ ਵਿੱਚ। ਇਹ ਰਹਾਉ ਦਾ ਬੰਦ ਹੈ। ਅੱਗੇ ਜੋ ਬਚਨ ਹੈ, ਦੇਖੇ ਸੁਣੇ ਨਾ ਜਾਣੀ, ਕੱਲ੍ਹ ਵਿਚਾਰ ਰਹੇ ਸੀ ਅਸੀਂ। ਜਿਹੜਾ ਅਗਲੇਰਾ ਬਚਨ ਆ ਰਿਹਾ ਇਹਦੇ 'ਚ, ਉਹ ਆ ਰਿਹਾ 3 ਨੰਬਰ ਪਦਾ। ਮਹਾਰਾਜ ਬਿਆਨ ਕਰਦੇ ਨੇ ਕਿ ਹੁਕਮੇ ਜੁਗ ਮੈਂ ਆਇਆ, ਚੱਲਣ ਹੁਕਮ ਸੰਜੋਗ ਜੀਓ। ਬੰਦਾ ਗੁਣਗਾਨ ਕਰਨ ਦੀ ਬਜਾਏ ਕੰਪਲੇਨਸ ਕਰਦਾ ਹੈ, ਐਂਡ ਮੋਸਟਲੀ ਜਿਹੜੀ ਅੰਦਰ ਦੀ ਫਰਸਟ੍ਰੇਸ਼ਨ ਆ ਉਹਨੂੰ ਲਫ਼ਜ਼ਾਂ, ਜ਼ਬਾਨ ਇਹਦੇ ਰਾਹੀਂ ਬਾਹਰ ਕੱਢਦਾ ਆ। ਉਹਦਾ ਵੱਡਾ ਕਾਰਨ ਇਹ ਹੈ ਕਿ ਮਨ ਇੱਛਾਵਾਂ ਦਾ ਪੁਲੰਦਾ ਆ, ਤੇ ਇਹਦੀਆਂ ਇੱਛਾਵਾਂ ਜਿਹੜੀਆਂ ਅਨਲਿਮਟਿਡ ਨੇ, ਉਹਨਾਂ ਦੀ ਫੁਲਫਿਲਮੈਂਟ ਨਹੀਂ ਹੁੰਦੀ। ਜਦੋਂ ਉਸ ਲੈਵਲ 'ਤੇ ਨਹੀਂ ਹੋ ਰਹੀ, ਫਿਰ ਬੰਦੇ ਨੂੰ ਲੱਗਦਾ ਵੀ ਕਿਹੋ ਜਿਹਾ ਰੱਬ ਆ, ਕਿਹੋ ਜਿਹਾ ਸੰਸਾਰ ਆ। ਐਕਚੁਅਲ ਲੈਵਲ 'ਤੇ ਇਸ ਮਦਰ ਨੇਚਰ ਦਾ ਕ੍ਰਾਈਟੀਰੀਆ ਕੀ ਹੈ? ਗਲਤ ਕੰਮ ਕਰਨ ਵਾਲੇ ਅੱਗੇ ਲੰਘ ਰਹੇ ਨੇ, ਚੰਗੇ ਕੰਮ ਕਰਨ ਵਾਲੇ ਪਿੱਛੇ ਰਹਿ ਗਏ ਨੇ। ਦਿਸ ਕਾਈਂਡ ਆਫ ਟਾਕ। ਫਿਰ ਇਹ ਵੀ ਹੈ, ਬੰਦੇ ਨੂੰ ਇਹ ਪ੍ਰੇਰਿਆ ਗਿਆ, ਰੱਬ ਰੱਬ ਕਰਿਆ ਕਰ, ਰੱਬ ਭਲਾ ਕਰੇਗਾ, ਵਾਹਿਗੁਰੂ ਤੇਰੀ ਬਾਂਹ ਫੜੇਗਾ। ਅਸਲ ਸੰਸਾਰ ਵਿੱਚ ਕਈ ਵਾਰ ਵੇਖਦੇ ਹਾਂ ਮਨ ਦੀਆਂ ਇੱਛਾਵਾਂ ਮੈਂ ਪੂਰੀਆਂ ਨਹੀਂ ਹੋ ਰਹੀਆਂ। ਹੁਣ ਇਹ ਸਭ ਲਹਿਜ਼ੇ ਨੂੰ ਕਿਸ ਤਰੀਕੇ ਨਾਲ ਸਮਝਿਆ ਤੇ ਅਹਿਸਾਸਿਆ ਜਾਏ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਜਿਹਦੀ ਬਾਤ ਕੀਤੀ ਹੈ ਉਹ ਹੁਕਮ, ਜਿਹਨੂੰ ਸਰਲ ਭਾਵ ਦੇ ਵਿੱਚ ਅਸੀਂ ਅੱਜ ਦੀ ਜਿਹੜੀ ਹੈ ਟਰਮਨੋਲੋਜੀ 'ਚ ਕਹਿੰਦੇ ਹਾਂ ਲਾ ਆਫ ਕੋਜ਼ਮੋ। ਇੱਕ ਕੌਸਮਿਕ ਲਾ ਆ, ਤੇ ਉਹ ਲਾ
अपने आप ਦੇ ਚ इतना कॉम्पलैक्स भी है कि बंदा समझ के भी समझ भी नहीं पाਉਂਦਾ ਤੇ इतना ईजी भी है कि कुछ लैवल ਤੇ आसानी ਨਾਲ फॉलो किया जा सकता है। ये दोनों चीज़ों की वैरायटी पई है। जिवें सपोज सिंपल कर लीए गल ये वो है कि आ साडा ग्लोब है, इहदा जिहड़ी इहदी बनतर आ एज साइंटिस्ट described us, this globe is actually made by 5 elements, ਪੰਜਾਂ ਤੱਤਾਂ ਦੇ ਨਾਲ। ਉਹਨਾਂ ਤੱਤਾਂ ਦੇ ਵਿੱਚ ਜਿਵੇਂ ਜਿਵੇਂ ਉਹ ਰੇਸ਼ੋ ਹੈ ਉਹਨਾਂ ਦੀ ਉਸ ਤਰੀਕੇ ਨਾਲ ਬਿਆਨ ਕੀਤਾ ਜਾਂਦਾ ਹੈ ਕਿ ਅਰਾਊਂਡ 70% ਪਾਣੀ ਹੈ। ਮਿੱਟੀ ਦਾ ਜਿਹਦੇ 'ਚ ਸਭ ਕੁਝ ਖਣਿਜ ਪਦਾਰਥ ਸਾਰਾ ਕੁਛ ਆ ਜਾਂਦਾ ਹੈਗਾ, ਇਹਦਾ ਹਿੱਸਾ ਰੇਸ਼ੋ ਦੇ ਮੁਤਾਬਕ 30% ਹੈ। ਸੋ 70-30 ਦਾ ਇੱਕ ਸੁਮੇਲ ਹੈ। ਇਸ ਤੋਂ ਬਾਅਦ ਫਿਰ ਅਗਲੀਆਂ ਡਿਸਕ੍ਰਿਪਸ਼ਨ ਕੀਤੀਆਂ ਜਾਂਦੀਆਂ ਨੇ। ਹੁਣ ਜੇ 70-30 ਦੇ ਅਹਿਸਾਸ ਨਾਲ ਦੇਖਿਆ ਜਾਏ ਤੇ ਪਤਾ ਹੀ ਲੱਗਦਾ ਹੈ ਕਿ ਪਾਣੀ ਬਹੁਤ ਹੈ, ਮਿੱਟੀ ਘੱਟ ਹੈ। ਮਤਲਬ ਮੁਕਾਬਲਤਨ 70-30, 50 ਵੀ ਨਹੀਂ, 60 ਵੀ ਨਹੀਂ, 70, ਆਲਮੋਸਟ 3 ਹਿੱਸੇ ਲੈ ਲਵੋ। ਇੱਕ ਹਿੱਸਾ ਉਹਦੇ 'ਚ ਪਾਣੀ ਦਾ, ਉਹਦੇ 'ਚ ਮਿੱਟੀ ਦਾ ਆ ਰਿਹਾ ਹੈਗਾ। ਹੁਣ ਇਹ ਰੇਸ਼ੋ ਜਿਹੜੀ ਦੇਖਦੇ ਆ, ਲਾ ਆਫ ਕਾਜ਼ਮੋ ਨੂੰ ਲੈ ਲਓ ਤੁਸੀਂ, ਜਿਹੜਾ ਹੁਕਮ ਆ, ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਕਈ ਵਾਰੀ ਚੀਜ਼ਾਂ ਬਣਦੀਆਂ ਨੇ, ਇਹਦੇ ਉੱਤੇ ਉਹ ਬਿਆਨ ਕਰਦੇ ਨੇ ਕਿ ਤੁਸੀਂ ਇੱਕ ਵੱਡਾ ਸਾਰਾ ਪੋਟ ਪਾਣੀ ਦਾ ਲੈ ਲਓ, ਕਹਿ ਲਓ ਬਾਟਾ, ਉਹਦੇ ਵਿੱਚ ਪਾਣੀ ਪਾ ਲਓ। ਪਾਣੀ ਦੀ ਮਿਕਦਾਰ ਦੇ ਤਵਾਜ਼ਨ ਦੇ ਅਕੋਰਡਿੰਗਲੀ, ਮੀਨ ਉਹਦੇ ਮੈਜਰਮੈਂਟਸ ਦੇ ਅਕੋਰਡਿੰਗਲੀ 30% ਮਿੱਟੀ ਜਿਹੜੀ ਹੈ ਉਹ ਲੈ ਲਓ। ਅਤੇ ਉਸ 30% ਮਿੱਟੀ ਨੂੰ ਭਾਵੇਂ ਉਹਨੂੰ ਚੰਗੀ ਤਰ੍ਹਾਂ ਤੁਸੀਂ ਗੁੰਨ ਲਵੋ, ਬੰਨ ਲਵੋ, ਜਿਵੇਂ ਜਿਵੇਂ ਵੀ ਕਰਨਾ ਕਰ ਕਰਾ ਕੇ ਉਹ 70% ਪਾਣੀ ਉਹਦਾ ਜਿਹੜਾ ਉਹਦੇ ਮੁਤਾਬਕ ਵੇਟ ਦੇ ਮੁਤਾਬਕ ਹੈ ਉਹਦੇ ਵਿੱਚ ਰੱਖ ਦਿਓ। ਐਂਡ ਵਟ ਯੂ ਗੋਨਾ ਸੀ ਆਫਟਰ 2, 3, 4, 5, 7, 8, 9 ਆਵਰਸ, ਉਹ ਸਾਰੀ ਮਿੱਟੀ ਖੁਰ ਕੇ ਥੱਲੇ ਬਹਿ ਜਾਏਗੀ, ਪਾਣੀ ਉੱਤੇ ਆ ਜਾਏਗਾ। ਇਸ ਤੁਹਾਡੇ ਸਾਹਮਣੇ ਮਤਲਬ ਇਹ ਜਿਹੜਾ ਹੈਗਾ ਇੱਕ ਲਾ ਇਸ ਤਰੀਕੇ ਨਾਲ ਫੋਲੋ ਹੁੰਦਾ। ਮਗਰ ਜਦੋਂ ਅਸੀਂ ਗਲੋਬ ਦੀ ਗੱਲ ਕਰਦੇ ਹਾਂ ਤੇ ਕੀ ਹੋ ਰਿਹਾ ਇੱਥੇ? 70% ਪਾਣੀ ਹੈ, 30% ਮਿੱਟੀ ਹੈ, ਤੇ ਮਿੱਟੀ ਜਿਹੜੀ ਤਸ਼ਤਰੀ ਦੀ ਤਰ੍ਹਾਂ ਤਰ ਰਹੀ ਹੈ ਪਾਣੀ ਦੇ ਉੱਤੇ। ਜਿਹੜਾ ਇਹ ਲੈਵਲ ਆ, ਹਾਂ ਇਹਦੀ ਫਿਰ ਡਿਸਕ੍ਰਿਪਸ਼ਨ ਅੱਗੇ ਹੋਏਗੀ ਵੀ ਇਹਦੇ 'ਚ ਗ੍ਰੈਵਿਟੀ ਆ ਰਹੀ ਹੈ, ਸਵਿਮ ਜਿਹੜੀ ਲਗਾਤਾਰ ਸਪਿਨ ਕਰ ਰਹੀ ਹੈ, ਸਭ ਚੀਜ਼ਾਂ ਹੈਗੀਆਂ, ਨੈਕਸਟ ਲੈਵਲ ਹੈ। ਪਰ ਅਲਟੀਮੇਟਲੀ ਜੇ ਦੇਖਿਆ ਜਾਏ ਅੱਖਾਂ ਦੇ ਸਾਹਮਣੇ ਆ ਚੀਜ਼ ਜਿਹੜੀ ਹੈ ਤੁਹਾਡੇ ਸਾਹਮਣੇ ਹੁੰਦੀ ਹੈ। ਸੋ ਇਹ ਰੂਪਤਾ ਜਿਹੜੀ ਦੱਸਦੀ ਹੈ ਕਿ ਜਿਹੜਾ ਹੁਕਮ ਦਾ ਤਸੱਵੁਰ ਆ ਇੱਕ ਲੈਵਲ 'ਤੇ ਡਿਫਰੈਂਟ ਹੈ, ਦੂਜੇ ਲੈਵਲ 'ਤੇ ਡਿਫਰੈਂਟ ਹੈ ਇਸੇ ਚੀਜ਼ ਦੇ ਨਾਲ। ਸੋ ਇਹ ਜਿਹੜੀ ਇੱਕ ਬੜਾ ਕੰਪਲੈਕਸ ਲੈਵਲ 'ਤੇ ਬਾਤ ਆਉਂਦੀ ਹੈ। ਪਰ ਗੁਰੂ ਸਾਹਿਬ ਨੇ ਜਿਹੜਾ ਬਿਆਨ ਕੀਤਾ, ਜਿਹੜਾ ਸ਼ਬਦ ਮੁੱਕਣਾ ਜਾ ਕੇ ਨਾ, ਮੁੱਕਣਾ ਬੁੱਧ ਵਿਵੇਕ ਜੀਓ, ਬੁੱਧ ਵਿਵੇਕ 'ਤੇ। ਸੋਝੀ ਤੋਂ ਵੀ ਹੋਣਾ ਮਨੁੱਖ ਨਹੀਂਗਾ, ਸੋਝੀ ਦੇ ਨਾਲ ਹੈ ਮਨੁੱਖ, ਅਤੇ ਸੋਝੀ ਦੇ ਨਾਲ ਹੀ ਹੁਕਮ ਦਾ ਅਹਿਸਾਸ ਕਰੇ। ਹੁਣ ਹੁਕਮ ਦਾ ਅਹਿਸਾਸ ਇਹ ਹੈ, ਹੁਣ ਸਾਡਾ ਸਰੀਰ ਹੈ, ਹਾਲਾਂਕਿ ਜਿਹੜਾ ਮੈਡੀਕਲ ਮਾਡਲ ਵੀ ਸਾਨੂੰ ਬਣਾਇਆ ਗਿਆ, ਐਲੋਪੈਥੀ ਦਾ ਲੈ ਲਓ, ਆਲਮੋਸਟ ਉਹ ਯੂਨੀਵਰਸਲ ਮਾਡਲ ਹੈ। ਪੇਨ ਕਿਲਰਸ ਨੇ ਜਿਵੇਂ ਏ ਪਰਸਨ ਲਈ ਕੰਮ ਕਰਦੇ ਨੇ, ਉਵੇਂ ਬੀ ਲਈ, ਉਵੇਂ ਸੀ ਲਈ, ਉਵੇਂ ਡੀ ਲਈ। ਜਿਵੇਂ ਇੱਕ ਕ੍ਰਿਸਚਨ ਲਈ ਕੰਮ ਕਰਦੇ ਉਵੇਂ ਇੱਕ ਮੁਸਲਮਾਨ ਲਈ, ਜਿਵੇਂ ਇੱਕ ਅਰਬੀ ਲਈ ਕੰਮ ਕਰਦੇ ਉਵੇਂ ਇੱਕ ਚਾਈਨੀਜ਼ ਦੇ ਨਾਲ, ਅਮੈਰੀਕਨ ਦੇ ਨਾਲ, ਸੇਮ। ਤੁਸੀਂ ਦੇਖੋ ਇੱਕ ਯੂਨੀਵਰਸਲ ਕ੍ਰਾਈਟੀਰੀਆ ਆ। ਪਰ ਇਸ ਯੂਨੀਵਰਸਲ ਕ੍ਰਾਈਟੀਰੀਆ ਦੇ ਵਿੱਚ ਅੱਗੇ ਜਾ ਕੇ ਫਿਰ ਪਤਾ ਲੱਗਦਾ ਨੋ, ਜਿਹੜੀ ਬਾਡੀ ਦੀ ਕੈਮਿਸਟਰੀ ਹੈ ਸਾਰਿਆਂ ਦੀ ਡਿਫਰੈਂਟ ਹੈ। ਇੱਥੋਂ ਫਿਰ ਪਤਾ ਲੱਗਦਾ ਹੈ ਮੈਂਟਲ ਹੈਲਥ 'ਚ ਐਕਚੁਅਲੀ ਜਾ ਕੇ ਸਹੀ ਲੈਵਲ 'ਤੇ ਪਤਾ ਲੱਗਦਾ ਹੈ। ਬਾਇਓਲੋਜੀਕਲ ਸਟਰਕਚਰ ਇਹਦੇ ਫਿਰ ਵੀ ਬੰਦਾ ਸਮਹਾਓ ਤੇ ਥੱਲੇ ਕਰ ਕਰਾ ਕੇ, ਕਿਉਂਕਿ ਇਹਦੇ 'ਤੇ ਸਿੱਧੇ ਤੌਰ 'ਤੇ ਜਿਹੜੀ ਹੈਗੀ ਹੈ, ਭਾਵੇਂ ਸਟੀਰੋਇਡ ਪਾ ਰਹੇ ਹੋ, ਭਾਵੇਂ ਪੇਨ ਕਿਲਰ ਪਾ ਰਹੇ ਹੋ, ਭਾਵੇਂ ਐਂਟੀਬਾਇਓਟਿਕ ਪਾ ਰਹੇ ਹੋ, ਕੋਈ ਚੀਜ਼ ਵੀ ਪਾ ਰਹੇ ਹੋ, ਉਹ ਰਿਐਕਟ ਕਰਦੀ ਹੈ, ਜਲਦੀ ਰਿਐਕਟ ਕਰਦੀ, ਪਤਾ ਲੱਗ ਜਾਂਦਾ। ਹੁਣ ਮੈਂਟਲ ਹੈਲਥ ਦੇ ਵਿੱਚ ਇਹ ਹੈ, ਬ੍ਰੇਨ ਸਾਰੇ ਕੈਮੀਕਲਸ ਨੇ, ਗੋਲੀ ਖਾਧੀ ਜਾਂਦੀ ਹੈ, ਐਂਟੀ ਡਿਪਰੈਸ਼ਨ ਮੈਡੀਸਨ, ਐਂਟੀ ਐਂਗਜ਼ਾਇਟੀ, ਕਿਸੇ ਚੀਜ਼ ਦੀ ਵੀ ਤੁਹਾਡੇ ਅੰਦਰ ਨੂੰ ਪ੍ਰੈਸ ਕਰਨ ਲਈ, ਕੋਸ਼ਿਸ਼ ਕਰਨ ਲਈ, ਉਹ ਬਲੱਡ ਸਟਰੀਮ ਦੇ ਵਿੱਚ ਘੁਲ ਕੇ ਫਿਰ ਜਾ ਕੇ ਸਾਡੇ ਕੈਮੀਕਲ ਲੈਵਲ ਨੂੰ ਬ੍ਰੇਨ ਦੇ ਵਿੱਚ ਕਿਤੇ ਨਾ ਕਿਤੇ ਇੰਟਰਵੀਨ ਕਰਦੀ ਹੈ। ਪਤਾ ਹੀ ਨਹੀਂ ਲੱਗਦਾ
ਬੰਦੇ ਨੂੰ 2-2 ਹਫ਼ਤੇ 3-3 ਹਫ਼ਤੇ ਮਹੀਨਾ ਲੰਘ ਜਾਂਦਾ ਹੈ। ਤੇ ਕਈ ਵਾਰ ਮੈਂਟਲੀ ਬੰਦੇ ਦੀ ਜਿਹੜੀ ਹੈ ਉਹ ਸਟੇਬਿਲਿਟੀ ਇਤਨੀ ਖਰਾਬ ਹੁੰਦੀ ਹੈ, ਬੰਦਾ ਅਨਸਟੇਬਲ ਹੁੰਦਾ ਆ, ਉਹ ਤੇ ਘੰਟਾ ਨਹੀਂ ਕੱਢ ਸਕਦਾ। ਹੁਣ ਉਹਨੂੰ ਤੁਸੀਂ ਇਸ ਤਰੀਕੇ ਨਾਲ 2 ਦਿਨ 4 ਦਿਨ ਹਫ਼ਤਾ 2 ਹਫ਼ਤੇ ਮਹੀਨਾ ਵੇਟ ਕਰਾਈ ਜਾਓ ਇਸ ਤਰੀਕੇ ਨਾਲ, ਉਹ ਜਾ ਕੇ ਪਤਾ ਲੱਗਦਾ ਨੋ ਕੋਈ ਯੂਨੀਵਰਸਲ ਕੋਈ ਇੱਕ ਜਿਹੜਾ ਹੈਗਾ ਉਹ ਲਾ ਨਹੀਂ ਚੱਲਦਾ ਇੱਥੇ ਫਿਰ ਡਾਇਗਨੋਸਿਸ ਜਿਹੜੇ ਨੇ ਤੁਸੀਂ ਸਾਈਕੈਟਰਿਸਟ ਦੇਖੋ, ਕਿਸੇ ਨੂੰ ਇੱਕ ਫਿੱਟ ਬੈਠਦਾ, ਕਿਸੇ ਨੂੰ ਦੂਸਰਾ, ਕਿਸੇ ਨੂੰ ਤੀਸਰਾ, ਕਿਸੇ ਨੂੰ ਕਈ ਵਾਰ ਕਿ ਸਾਈਕੈਟਰਿਸਟ ਜਿਹੜੇ ਨੇ ਐਕਸਪੈਰੀਮੈਂਟ ਹੀ ਕਰਦੇ ਜਾਂਦੇ ਨੇ, ਰਿਸਰਚ ਹੋ ਰਹੀ ਲਗਾਤਾਰ, ਇਹੋ ਜਿਹੀ ਚੀਜ਼ਾਂ ਵੀ ਹੋ ਰਹੀਆਂ। ਜਿਹੜਾ ਖਾਸ ਕਰਕੇ ਏਸ਼ੀਅਨ ਅਤੇ ਹੋਰ ਕੰਟਰੀਜ਼ ਦੇ ਵਿੱਚ ਡੈਥ ਰੇਟ ਹੁਣ ਲਗਾਤਾਰ ਵੱਧ ਰਿਹਾ, ਉਹਦਾ ਵੱਡਾ ਕਾਰਨ ਇਹ ਆ ਰਿਹਾ ਕਰੋਨਾ ਦੇ ਵਿੱਚ, ਕੋਵਿਡ-19 ਦੇ ਵਿੱਚ, ਕਿ ਉੱਥੇ ਵੱਡੇ ਲੈਵਲ 'ਤੇ ਐਕਸਪੈਰੀਮੈਂਟਸ ਕਰ ਰਹੇ ਨੇ ਉਹਨੂੰ। They are experimenting with the actually people who are sick. Let's find out. जो होएगा वेखी जाएगी, देखते हैं। आ दवाई दे के देखो, आ देखो, एक्सपेरीमेंट्स हो रहे हैं। ਬੰਦੇ ਨੂੰ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਕਿਉਂਕਿ ਬਹੁਤੀ ਉੱਥੇ ਜਿਹੜੀ ਤੁਹਾਨੂੰ ਪਤਾ ਹੈ ਅਕਾਊਂਟੇਬਿਲਿਟੀ ਹੈ ਨਹੀਂ ਕਿਸੇ ਦੀ, ਕਿਸੇ ਨੂੰ ਉਸ ਤਰੀਕੇ ਨਾਲ ਨਾ ਟਰਾਂਸਪੇਰੈਂਸੀ ਹੈਗੀ ਹੈ ਕੀ ਹੋਇਆ ਹੈ ਕੀ ਨਹੀਂ। ਇੱਥੇ ਤੇ ਸੂ ਕਰ ਦਿੰਦੇ, ਸਾਰਾ ਕੁਝ ਜਿਹੜਾ ਹੈਗਾ ਲਾਅ ਦੇ ਤਹਿਤ ਆ ਜਾਂਦਾ ਹੈਗਾ, ਹੱਬ ਚੀਜ਼ਾਂ ਆ ਜਾਂਦੀਆਂ, ਪਰ ਉੱਥੇ ਹੂ ਕੇਅਰ। ਇਹ ਸਭ ਚੀਜ਼ਾਂ ਦੇ ਜਿਹੜੀ ਮੈਂ ਬਾਤ ਮੌਲਿਕ ਰੂਪ ਵਿੱਚ ਕਹਿਣੀ ਚਾਹ ਰਿਹਾ ਸੀਗਾ ਕਿ ਹਰ ਇੱਕ ਇੰਡੀਵਿਜੂਅਲ ਆਪਣੇ ਆਪ ਦੇ 'ਚ ਇੱਕ ਵੱਖਰਾ ਬਸ਼ਰ ਹੈ, ਇੱਕ ਯੂਨੀਕ ਇੰਡੀਵਿਜੂਅਲ ਆ। ਹੁਕਮ ਦਾ ਕ੍ਰਾਈਟੀਰੀਆ ਯੂਨੀਵਰਸਲ ਹੈ, ਪਰ ਤੁਹਾਡੇ ਲਈ, ਇਹਦੇ ਲਈ, ਦੂਸਰੇ ਲਈ, ਤੀਸਰੇ ਲਈ, ਹਰ ਇੱਕ ਲਈ ਆਪੋ ਆਪਣਾ ਉਸ ਰੂਪ ਦੇ ਵਿੱਚ ਹੈ। ਇਹਨੂੰ ਗੁਰੂ ਬਾਬਾ ਜੀ ਨੇ ਕਿਹਾ ਸੀਗਾ ਆਪਣੇ ਨਾਲ ਲਿਖੇ ਹੁਕਮ ਨੂੰ ਪਹਿਚਾਨ। ਤੁਸੀਂ ਸ਼ਬਦ ਫਿਰ ਪੜ੍ਹੋ ਜਪਜੀ ਸਾਹਿਬ ਦਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹੜਾ ਨਾਲ ਆਇਆ ਉਹਨੂੰ ਫੈਕ। ਜਦੋਂ ਇਹ ਲੈਵਲ ਤੇ ਬੰਦਾ ਸਮਝ ਨਹੀਂ ਰੱਖਦਾ ਆਪਣੇ ਆਪ ਬਾਰੇ, ਫਿਰ ਮੈਂ ਬੇਨਤੀ ਕਰਾਂਗਾ, ਯੂ ਆਰ ਦਾ ਓਨਲੀ ਐਕਸਪਰਟ ਅਬਾਊਟ ਯੋਰਸੈਲਫ, ਨੋ ਵਨ ਐਲਸ। ਡਾਕਟਰ ਨੂੰ ਤੁਸੀਂ ਜਾ ਕੇ ਦੱਸ ਦਿਓ ਆਪਣੀ ਬਿਮਾਰੀ ਬਾਰੇ, ਸਾਈਨ ਸਿਮਟਮਸ ਤੇ ਸਮ ਕਾਈਂਡ ਆਫ ਜਿਹੜਾ ਹੈਗਾ ਤੁਸੀਂ ਉਹਨੂੰ ਕਾਜ਼ ਤੇ ਰੀਜ਼ਨ ਦਿੰਦੇ ਹੋ। ਹਾਂ, ਉਹ ਬਲੱਡ ਵਰਕ ਕਰ ਸਕਦਾ ਲੈਬ ਵਿੱਚ, ਤੁਹਾਡੇ ਕੁਝ ਹੋਰ ਟੈਸਟ ਵਗੈਰਾ ਕਰ ਸਕਦਾ ਹੈ, ਕੁਝ ਮਸ਼ੀਨਾਂ ਦੇ ਨਾਲ ਕਰ ਸਕਦਾ ਹੈ, ਉਹਦੇ ਨਾਲ ਕੁਝ ਚੀਜ਼ਾਂ ਉਹ ਡਾਇਗਨੋਸ ਕਰ ਸਕਦਾ ਹੈ, ਪਰ ਮੋਸਟਲੀ ਡਾਕਟਰ ਡਿਪੈਂਡ ਕਰ ਦਿੱਤੇ ਹੈ ਤੁਹਾਡੀ ਦੱਸੀ ਹੋਈ ਇਨਫੋਰਮੇਸ਼ਨ 'ਤੇ। ਦੈਨ ਹੂ ਇਜ਼ ਮੋਰ ਐਕਸਪਰਟ ਔਨ ਦੈਟ ਇਸ਼ੂ, ਡਾਕਟਰ ਔਰ ਯੂ? ਤੁਹਾਨੂੰ ਜ਼ਿਆਦਾ ਪਤਾ ਉਹਦੇ 'ਤੇ, ਤੁਸੀਂ ਐਕਸਪਰਟਿਜ਼ ਰੱਖਦੇ ਹੋ, ਤੁਹਾਡੇ ਤੋਂ ਵਧੀਆ। ਜੇ ਬੰਦਾ ਆਪ ਅਵੇਅਰ ਨਹੀਂ, ਦੂਜੇ ਨੂੰ ਕੀ ਪਤਾ ਇਹਦੇ ਬਾਰੇ? ਜਿਹੜੀ ਗੁਰੂ ਬਾਬਾ ਜੀ ਨੇ ਬਾਤ ਕੀਤੀ ਹੈ ਨਾ, ਦੇਖੋ ਮਿੱਤਰ ਸੱਜਣ ਸੁਹਿਰਦ ਬਣਾਉਣ ਦੀ ਗੱਲ ਹੋ ਰਹੀ ਹੈ ਇਸ ਸ਼ਬਦ ਦੇ ਵਿੱਚ, ਪਰ ਮਿੱਤਰ ਸੱਜਣ ਸੁਹਿਰਦ ਤੇ ਤਾਂ ਬਣਾਏਗਾ ਜੇ ਪਹਿਲਾਂ ਆਪਣਾ ਮਿੱਤਰ ਆਪ ਬਣੇਗਾ। ਤੇ ਬਾਣੀ ਦਾ ਸ਼ਬਦ ਮੈਂ ਤੁਹਾਨੂੰ ਸੁਣਾਉਣਾ, ਬਾਣੀ 'ਚ ਬਚਨ ਪੜ੍ਹਦੇ ਹਾਂ ਸਰ, ਕਹਿੰਦੇ ਸੁਣ ਮਨ ਮਿੱਤਰ ਪਿਆਰਿਆ। ਪਹਿਲਾਂ ਮਨ ਨੂੰ ਮਿੱਤਰ ਬਣਾ ਆਪਣੇ ਨੂੰ, ਜਿਹਨਾਂ ਨੂੰ ਮਨ ਹੀ ਮਿੱਤਰ ਨਹੀਂ ਬਣਾਉਣਾ ਹੁੰਦਾ। ਮਤਲਬ ਇਹ ਹੈ ਵਿਵੇਕ, ਬੌਧਿਕਤਾ, ਇੰਟਲੈਕਟ, ਜਿਹੜਾ ਯੂਨੀਵਰਸਲ ਵਿਜ਼ਡਮ ਦਾ ਕ੍ਰਾਈਟੀਰੀਆ ਹੈ, ਵਾਈਜ਼ ਥਾਟ ਆ, ਉਹ ਕਹਿੰਦਾ ਆ ਗੋ ਟੂ ਦਿਸ ਸਾਈਡ, ਦਿਸ ਡਾਇਰੈਕਸ਼ਨ। ਮਨ ਕਹਿੰਦਾ ਨੋ ਵੇ, ਆਈ ਵਿਲ ਨਾਟ ਗੋ ਦੈਟ ਸਾਈਡ, ਆਈ ਵਿਲ ਗੋ ਦੈਟ ਸਾਈਡ। ਹੁਣ ਆਹ ਜਿਹੜੀ ਕੰਟਰਾਡਿਕਸ਼ਨ ਹੈ, ਆਹ ਜਿਹੜਾ ਅੰਤਰਦਵੰਦ ਆ, ਜਿਹਨੂੰ ਅਸੀਂ ਕਹਿੰਦੇ ਹੈਗੇ ਕਿ ਇੱਕ ਡੁਐਲਿਟੀ ਦਾ ਬੈਟਲ ਆ, ਇਹਨੂੰ ਕਿਵੇਂ ਵਿਨ ਕਰੇਗਾ? ਬੰਦੇ ਦੀ ਸਭ ਤੋਂ ਵੱਡੀ ਤਰਾਸਦੀ ਹੈ, ਬਾਹਰ ਸਾਡਾ ਕੋਈ ਦੁਸ਼ਮਣ ਹੋਏ, ਇਹ ਕੋਈ ਬਹੁਤ ਹੀ ਵੱਡੀ ਮਾਇਨੇ ਨਹੀਂ ਰੱਖਦੀ ਗੱਲ। ਮਾਇਨੇ ਤੇ ਰੱਖਦੀ ਹੈ ਤੁਸੀਂ ਆਪਣੇ ਆਪ ਦੇ ਆਪ ਸੱਜਣ ਨਹੀਂ, ਆਪਣੇ ਆਪ ਨੂੰ ਆਪ ਨਹੀਂ ਸਮਝ ਪਾ ਰਹੇ। ਤੇ ਆਪਣੇ ਆਪ ਨੂੰ ਸਮਝਣ ਦਾ ਮਤਲਬ ਹੈ ਹੁਕਮ ਨੂੰ ਸਮਝਣਾ। ਵਟ ਇਜ਼ ਹੁਕਮ? ਫਿਰ ਮੈਂ ਮਾਫੀ ਮੰਗਦੇ ਬੇਨਤੀ ਕਰਨ ਲੱਗਾ ਵਾਂ, ਆਈ ਨੋ ਕਈ ਵਾਰ ਇਹ ਚੀਜ਼ਾਂ ਬੜੀਆਂ ਭਾਰੀ ਲੱਗਦੀਆਂ ਨੇ, ਇਸ ਕਰਕੇ ਲੱਗਦੀਆਂ ਨੇ ਬਿਕੋਜ਼ ਦਿਸ ਇਜ਼ ਅ ਗਲੋਸਰੀ ਆਫ ਗੁਰਬਾਣੀ ਐਂਡ ਮੋਸਟ ਆਫ ਅਸ ਆਰ ਨੋਟ ਫੈਮਿਲੀਅਰ ਵਿਦ ਇਟ ਐਟ ਆਲ। ਐਂਡ ਯੂ ਕੈਨ ਗੈਟ ਫੈਮਿਲੀਅਰ ਵਿਦ ਇਟ if you can recite this Bani properly, if you invest your time,
by listening, by reading, by reciting. Then you can get actually familiar with it. Otherwise, ਇਹ ਲੱਗੇਗਾ ਪਤਾ ਨਹੀਂ ਕਿਹੜੇ ਜਹਾਨ ਦੀ ਗੱਲ ਹੋ ਰਹੀ, ਪਤਾ ਨਹੀਂ ਕੀ ਕਿਹਾ ਜਾ ਰਿਹਾ ਹੈਗਾ। ਹੁਣ ਮੈਂ ਹੁਣੀ ਬਾਤ ਕੀਤੀ, ਸਭ ਇੱਕ ਤੋਂ ਬਾਅਦ ਇੱਕ, ਜੇ ਮੈਂ ਕੁਝ ਪ੍ਰਮਾਣ ਤੁਹਾਨੂੰ ਬਾਣੀ ਚੋਂ ਦੇ ਰਿਹਾ। ਜੇ ਅਸੀਂ ਬੱਚੇ ਨੇ ਪੜ੍ਹਦੀ ਹੈ, ਸਭ ਜ਼ਿਕਰ ਕਰਦੇ ਕਿ ਬੰਦੇ ਦੇ ਅੰਦਰ ਅੱਗ ਮੱਚਦੀ ਹੈ। ਹੁਣ ਸਟ੍ਰੈਸ ਕੀ ਹੈ? ਬੰਦੇ ਦੇ ਅੰਦਰ ਜਿਹਨੂੰ ਕਿਹਾ ਜਾਏ ਅਨਕੰਫਰਟ ਫੀਲ ਕਰਨਾ, ਇਹ ਕਿੱਥੋਂ ਆਇਆ? ਇਸ ਤਰ੍ਹਾਂ ਆ, ਬੰਦਾ ਕਹਿੰਦਾ ਵੀ ਮੈਂ ਤੇ ਨਾ ਸੱਚੀ ਮਤਲਬ ਆਹ ਜਿਹੜੇ ਕੰਮ ਮੇਰਾ, ਆਹ ਕੰਮ ਨਹੀਂ ਹੋਇਆ, ਆਹ ਕੰਮ ਖਰਾਬ ਹੋ ਗਿਆ, ਇੱਥੇ ਗੜਬੜ ਹੋ ਗਈ, ਮੇਰਾ ਤੇ ਅੰਦਰ ਮੱਚਦਾ, ਮੇਰੇ ਅੰਦਰ ਅੱਗ ਬਲਦੀ ਵੀ ਕੀ ਕਰਾਂ ਆਖਰਕਾਰ, ਮੇਰੀ ਤੇ ਪੇਸ਼ ਹੀ ਨਹੀਂ ਚੱਲ ਰਹੀ, ਕੋਈ ਸਭ ਗੜਬੜ ਹੋਈ ਜਾ ਰਹੀ ਹੈ। ਗੁਰੂ ਬਾਬਾ ਜੀ ਕੀ ਕਹਿੰਦੇ ਸਾਹਿਬ, ਕਹਿੰਦੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਂਤੀ। ਠੀਕ ਹੈ ਮਹਾਰਾਜ, ਬਿਲਕੁਲ ਠੀਕ ਹੈ, ਤੁਸੀਂ ਡਾਇਗਨੋਸ ਸਹੀ ਕੀਤਾ ਹੈ। ਹੁੰਦਾ ਇਹ ਵਾਪਰਦਾ ਅੰਦਰ, ਭਾਂਬੜ ਮੱਚਦੇ ਤਾਂ ਕਿਉਂਕਿ ਜੋ ਮਨ ਮਰਜ਼ੀ ਲੋਚਦਾ ਮਨ ਮਰਜ਼ੀ ਹੁੰਦੀ ਨਹੀਂ। ਜਿਸ ਚੀਜ਼ ਦੀ ਕਮੀ ਹੈ ਉਹੀ ਗਮੀ ਹੈ। ਕਮੀ ਇਹ ਹੈ ਵੀ ਮੇਰਾ ਉਹ ਚੀਜ਼ ਇਸ ਰੂਪ ਵਿੱਚ ਨਹੀਂ ਹੋ ਰਹੀ, ਉਹ ਗਮ ਦੇ ਰਹੀ ਹੈ, ਮੈਂ ਦੁਖੀ ਹੋ ਰਿਹਾ। ਹੁਣ ਕੀਤਾ ਕੀ ਜਾਏ? ਸਾਹਿਬ ਨੇ ਕਿਹਾ ਫਿਰ ਕਿਉਂ ਨਹੀਂ ਇੱਕ ਕੰਮ ਕਰਦਾ, ਪ੍ਰਣਵਤ ਨਾਨਕ ਹੁਕਮ ਪਛਾਣੋ, ਹੁਕਮ ਦੀ ਪਹਿਚਾਨ ਕਰ, ਸੁਖ ਹੋਵੇ ਦਿਨ ਰਾਤੀ। ਜਿਹੜਾ ਰਾਤ ਦਿਨ ਮੱਚ ਰਿਹਾ ਹੈ ਉਹ ਬਿਲਕੁਲ ਸੁਖ ਵਿੱਚ ਕਨਵਰਟ ਹੋ ਜਾਏਗਾ। ਹੁਣ ਸਾਹਿਬ ਕਹਿੰਦੇ ਆਹ ਜਿਹੜਾ ਲੈਵਲ ਆ, ਇੱਥੇ ਜਾ ਕੇ ਫਿਰ ਇੱਕ ਹਿੱਸਾ ਮੈਡੀਟੇਸ਼ਨ ਦਾ ਹੁੰਦਾ, ਇਹਦੇ 'ਚ ਇੱਕ ਹਿੱਸਾ ਇਹ ਮੈਡੀਟੇਸ਼ਨ ਹੈ ਤੁਹਾਨੂੰ ਸਹਿਜ ਵਿੱਚ, ਤੁਹਾਨੂੰ ਸਟੇਬਿਲਿਟੀ ਦੇ ਵਿੱਚ, ਸਥਿਰਤਾ ਦੇ ਵਿੱਚ, ਤੁਹਾਨੂੰ ਜਿਹੜਾ ਹੈਗਾ ਤੁਹਾਡੇ ਆਪਣੇ ਅੰਦਰ ਦੀ ਜਿਹੜੀ ਇੱਕ ਲਗਾਤਾਰ ਚੱਲ ਰਿਹਾ ਮਾਈਂਡ ਵਾਂਡਰਿੰਗ ਹੈਗੀ ਏ, ਮਨ ਦਾ ਭਟਕਾ ਜਿਹੜਾ ਆ, ਉਹਨੂੰ ਟਿਕਾਉਣ ਵਾਸਤੇ ਹੈਲਪ ਕਰਦਾ ਆ। ਸਿਮਰਨ ਹੈ, ਪਾਠ ਹੈ, ਇਹ ਸਭ ਚੀਜ਼ਾਂ ਜਿਹੜੀਆਂ ਨੇ, ਭਜਨ ਬੰਦਗੀ ਹੈ, ਕੀਰਤਨ ਹੈ, ਇਹ ਸਭ ਆ ਜਾਂਦਾ। ਇੱਕ ਪੜਾਅ ਆ, ਪਰ ਇਹਦੇ ਨਾਲ ਦੀ ਨਾਲ ਦੂਸਰਾ ਵੀ ਹੈ। ਜਿਵੇਂ ਗੁਰ ਸ਼ਬਦ ਵਿੱਚ ਵਿਚਾਰ ਦੀ ਗੱਲ ਆਉਂਦੀ ਹੈ, ਗੁਰਬਾਣੀ ਵਿਚਾਰ ਕਰਨਾ, ਤੇ ਵਿਚਾਰ ਬਾਹਰ ਇਕੱਲਾ ਨਹੀਂ ਕਰਨਾ, ਆਪਣੇ ਆਪ ਨਾਲ ਕਰਨਾ। ਥਾਟਸ ਨੂੰ ਆਪਣਿਆਂ ਨੂੰ ਜਿਹੜਾ ਹੈਗਾ ਸਮਝਣਾ ਤੇ ਉਹਨਾਂ ਨੂੰ ਪਿਓਰ ਕਰਨਾ, ਰਿਪਲੇਸਮੈਂਟ ਕਰਨੀ। ਇਹ ਹੈ ਹੁਕਮ ਦੇ ਲੈਵਲ ਤੇ ਅੱਗੇ ਅਗਰਸਰ ਹੁੰਦੇ ਜਾਣਾ। ਗੁਰੂ ਬਾਬਾ ਜੀ ਕਹਿੰਦੇ, ਬੰਦਾ ਕਹਿੰਦਾ ਵੀ ਨੋ ਐਕਚੁਅਲੀ ਦੈਟਸ ਟੂ ਮਚ, ਆਈ ਕੈਨ ਨਾਟ ਫੋਲੋ ਇਟ, ਆਈ ਕੈਨ ਨਾਟ ਡੂ ਇਟ। ਮੈਂ ਇਹਨੂੰ ਸਿੰਪਲ ਕਰਕੇ ਬਿਆਨ ਕਰਾਂ। ਅੱਜ COVID-19 ਵਿੱਚ ਹਾਂ ਅਸੀਂ, ਹੁਣ ਜਿਹੜੀ ਹਾਲਤ ਹੈ ਸੈਕਿੰਡ ਵੇਵ, ਸਾਡੇ ਕਿਬਿਕਵਾ ਵਾਲਿਆਂ ਤੇ ਅਨਾਊਂਸ ਕਰ ਦਿੱਤੀ ਵੀ ਵੀ ਆਰ ਅੰਡਰ ਇਨ ਸੈਕਿੰਡ ਵੇਵ। ਵੀ ਹੈਵ ਆਲਰੇਡੀ ਐਕਚੁਅਲੀ declaring it is happening at present, second wave, and that is more you can say kind of aggressive and alarming, because the problem is they are not able to trace where these cases are coming from. ਇਹ ਆ ਕਿੱਥੋਂ ਰਹੇ ਨੇ, ਟਰੇਸ ਨਹੀਂ ਹੋ ਰਿਹਾ ਪ੍ਰੋਪਰਲੀ। ਹੁਣ ਜਿਹੜੀ ਟਰੇਸ ਨਾ ਹੋ ਪਾਣੀ ਹੈ, ਇਹ ਵੱਡੀ ਸਮੱਸਿਆ ਆ। ਇਹਦਾ ਮਤਲਬ ਕਿ ਆਲੇ ਦੁਆਲੇ ਵੱਡੇ ਲੈਵਲ ਤੇ ਇੱਕ ਜਿਹੜਾ ਹੈਗਾ ਤੁਰਿਆ ਫਿਰਦਾ ਤਬਕਾ, ਜਿਹਦੇ ਕੋਲ ਇਹ ਪ੍ਰੋਬਲਮ ਆ, ਤੇ ਰੈਸਪੀਟਰੀ ਜਿਹੜੀ ਹੈਗੀ ਉਹਦੇ ਜ਼ਰੀਏ ਜੋ ਮੈਂ ਬੋਲ ਰਿਹਾ ਵਾਂ, ਇਹਦੀਆਂ ਡ੍ਰੌਪਸ ਦੇ ਨਾਲ ਇਹ ਫੈਲਣਾ ਆ। ਸੋ ਮੈਜਰਮੈਂਟ ਨਹੀਂ ਲਏ ਜਾ ਰਹੇ ਸਹੀ, ਇਹ ਸਭ ਚੀਜ਼ਾਂ ਇਸ ਤਰੀਕੇ ਨਾਲ ਹੋ ਰਹੀਆਂ। ਹੁਣ ਜਿਹੜੀ ਮੌਲਿਕ ਰੂਪ ਵਿੱਚ ਗੱਲ ਆ ਰਹੀ ਹੈ ਇਹਦੇ ਅੰਦਰ, ਕਿ ਜੇ ਆਪਾਂ ਕਹੀਏ, ਲੋਕੀ ਕਹਿੰਦੇ ਨੇ ਨੋ ਵੀ ਨੀਡ ਵੈਕਸੀਨ। ਠੀਕ ਹੈ ਜੀ, ਵੈਕਸੀਨ ਤੋਂ ਬਿਨਾਂ ਤਾਂ ਗੁਜ਼ਾਰਾ ਨਹੀਂਗਾ, ਪਰ ਇਹ ਵੀ ਸੱਚਾਈ ਹੈ ਜੇ ਸਾਰੇ ਮੈਜਰਮੈਂਟਸ ਪ੍ਰੋਪਰਲੀ ਲੈ ਲਈਏ ਤੇ ਉਹ ਸਾਰੇ ਨਾਲ ਕੀ ਵਾਪਰਨਾ ਆ, ਉਹਦੇ ਨਾਲ ਇੱਕ ਚੀਜ਼ ਤੇ ਪੱਕੀ ਵਾਪਰੇਗੀ। ਅਸੀਂ ਐਕਚੁਅਲੀ ਟਰੇਸ ਕਰ ਲਵਾਂਗੇ ਚੀਜ਼ਾਂ ਨੂੰ ਪ੍ਰੋਪਰਲੀ, ਇਹਨਾਂ ਨੂੰ ਅਵੋਇਡ ਕਰਾਂਗੇ ਉਸ ਲੈਵਲ ਤੇ ਫੈਲਣ ਦੇ ਵਿੱਚ, ਤੇ ਇੱਕ ਲੈਵਲ ਐਸਾ ਹੈ ਕਿ ਜੋ ਸਾਰਿਆਂ ਦੇ ਵਿੱਚੋਂ ਚੀਜ਼ ਖਤਮ ਹੋ ਜਾਏਗੀ, ਫਿਰ ਤਾਂ ਵੈਕਸੀਨ ਦੀ ਵੈਸੀ ਲੋੜ ਨਹੀਂ ਰਹਿ ਜਾਣੀ। ਪਰ ਹੁਣ ਬੰਦਾ ਕਹਿੰਦਾ ਇਟਸ ਟੂ ਹਾਰਡ ਫॉर ਮੀ, ਆਈ ਕੈਨ ਨੋਟ ਡੂ ਇਟ। ਆਹ ਜਿਹੜਾ ਲੈਵਲ ਆ, ਇਟਸ ਟੂ ਹਾਰਡ ਫॉर ਮੀ, ਸਾਹਮਣੇ ਚੀਜ਼ ਸਮਝ ਆ ਰਹੀ ਹੈ ਪਰ ਬੰਦਾ ਉਹਨੂੰ ਫੋਲੋ ਨਹੀਂ ਕਰ ਰਿਹਾ, ਤੇ ਬੰਦਾ ਕਹਿੰਦਾ ਨਹੀਂ ਵੈਕਸੀਨ ਦਵਾਈ ਲਿਆਓ, ਲੱਗੇ ਟੀਕਾ, ਤੇ ਬਸ ਜਿਵੇਂ ਚੱਲ ਰਿਹਾ ਚੱਲੀ ਜਾਏ ਇਸ ਤਰੀਕੇ ਦੇ ਨਾਲ। ਕਈ ਵਾਰ
चीज़ां जिहड़ियां ने वो तुसीं सपोज करो ना, मैं हुक्म की गल कर रहा वां, आपने कभी गड्डी ड्राइव की हो या कोई इहो जी कोई व्हीकल ड्राइव किया, खास कर जिवें ते स्नो पैंदी है, स्नो दे विच गड्डी जिहड़ी आ वो स्टक हो जाए, किते फस जाए, तो जो तुसीं उस तरीके नाल हो गया तो फिर होएगा कि कई बार अगे नूं मूव नहीं करदी हो, यू हैव टू टेक इट टूवर्ड द एक्चुअली जिहड़ा हैगा उहनूं तुहानूं बैक करना पैंदा है, तुहानूं उहनूं रिवर्स करना पैंदा है, रिवर्स करके फिर दोबारा अगे नूं चलदी है। सो ये चीज़ आ, जिंदगी जरूरी नहीं कि हर वक्त तुसीं हर मुद्दे ते अगे वधना हुंदा, कई बार चीज़ां रिवर्स करने वास्ते भी होंदियां ने। हुक्म यही हुक्म नूं समझना है, वट इज मोर एप्रोप्रीएट फॉर मी, इस चीज़ नूं अंडरस्टैंड करने वास्ते इहदे लई बंदे दी मन की जिहड़ी अलाइनमेंट है बड़ी जरूरी है, एकाग्रता बड़ी जरूरी है, सहजता बड़ी जरूरी है। गुरु बाबा जी ने आ जिहड़ा शब्द क्या है, हुण आपां उहदे ते आ जाइए। महाराज ने हुक्मे जुगमे आया, हुक्म विच बझे हुए जीवां दी आमद हुई है, किसी खास कैमिस्ट्री ट्रेड्स बिहेवियर सब चीज़ों के वखरा वखरा यूनीक लैवल ते आमद हो रही, तो वड्डे हुक्म दे ला दे विच भी आ रहे हैं। हुक्मे जुगमे आया ते चलन हुक्म संजोग जियो, जिहड़े असल संजोग ने वो कोई होर बाहरों नहीं आने। आप कदी इस बाबत जान वाकफ हो या थोड़ा बहुता किते सुनिया पढ़िया होए, जिहड़े लोग टूणे टपार करते हैं वो कई बार इहो जिहियां, या वास्तु वाले भी जिहड़े ने वो दसते हैं भी वैन दी सिचुएशन विल मैच आ चीज़ हो जाएगी, टूणे वास्ते कहते हैं इस घड़ी है इस समय आ चीज़ करनी है, एवें दा तुसीं कोई धागा बनना है, तवीत बनना है, सब एक की है, सब कुछ ये तरीके दसदे कि आ संजोग हो जाए सारे फिर काम हो जाएंगे। जिवें कोई कैमिकल एक्सपैरीमेंट करना हो तो एक एक चीज़ का सारा वो प्रॉपर पा दिओ, जदों कंपोनेंट सारे पूरे हो जाएंगे दैन यू कैन सी सम काइंड ऑफ रिजल्ट्स। ठीक गल तो ठीक है उन्होंने उस लैवल पर, पर गुरु महाराज बाणी च बयान करते हैं, जे हुक्म नूं नहीं समझेगा संजोग हुक्म दा आ, जदों चीज़ां डॉट सारे मैच करनगे उस ढंग दे नाल। गुरु बाबा जी पंजाब दी फिजां च बैठे लोकां नूं इह कहिंदे कि तुहानूं डंडे दे नाल अरबी फारसी पढ़न की लोड़ ना पेगी, तुहानूं कोई एवें फड़ के धक्के दे नाल जाके सुन्नत करा के नमाज पढ़ान नहीं लाएगा। तुहाडा जो मन अपना कहेगा अपना करेगा, उहदे मुताबिक तुसीं अपनी आस्था अपना जीवन अपना यापन ये सब जियोगे। क्योंकि जो बाबा नानक जी ने उदों तो बाबा नानक जी लिखते भी हालत यह है भी नील बस्तर ले कपड़े पहरे तुर्क पठानी अमल किया, लोकी होर कोई चारा ही नहीं है। जे उन्होंने कोई गवर्नमेंट जॉब चाहिए है, कुछ चाहिए आ, उवें दा लिबास पाना, लबां कट्टनियां, अपने आप नूं जिहड़ा हैगा आ उस तरीके दे नाल कन्वर्जन सब चीज़ां हो रही। बाबा नानक जी गल कहिंदे कि भाई तुहानूं ये करन दी लोड़ नहीं पेगी, बिल्कुल एक्चुअल लैवल ते तुसीं इस खित्ते दे मालक बनोगे तो इत्थे सोने की झाल चढ़ेगी। दरबार साहब की जिहड़ी इमारत है इस गल की प्रतीक है। हुण लोग कहणगे बाबा जी अच्छा तुसीं कोई फिर कोई मुआज़ा करोगे, कोई करामात करोगे। बाबा जी कहते बिल्कुल करामात होएगी, पर करामात यह है हुक्म विच होएगी। डॉट मैच करनगे, डॉट मैच करने शुरू किए बाबा नानक जी ने। सैकेंड जनरेशन, थर्ड जनरेशन, फोर्थ, फिफ्थ, सिक्स, सैवंथ, मतलब हज़ारां साल तो जिहड़ी उस बेआबरू की दुनिया वास्ते लैके गए सीगे उन्होंने दूर करने वास्ते घट तो घट 250-300 साल का समा लगेगा ना। हालांकि सानू ये कहा जाता है कि असी बाणी च बचन पढ़ते हैं, गंढेंदे हैं 6 माह तुड़ेंदे हैं 1 खिनो। चीज़ां गंढ गंढ के बनाउंदे हैं बड़ा टाइम लगता है, तोड़ के पल दे सट दे दोबारा उन्होंने गंढना होए फिर उन्होंने बड़ा टाइम लगेगा, 6-6 महीने लग जाएंगे, भाव बड़ा वक्त लगता है। हुण ये जिहड़ी गल आ गुरु बाबा जी ने 250-300 साल के समय दे विच उस फिजां दे इहो जिहा माहौल क्रिएट कर दिता। कोई किसी नूं किसी दी अपनी आस्था पूजा अर्चना इहदे करके कतल कर दे, ऐसा नहीं।
ਸਿੱਖ ਰਜ਼ੀਮ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਉਸ ਖਿੱਤੇ ਦੇ ਵਿੱਚ। ਕਿਸੇ ਦੇ ਮਜ਼ਹਬ, ਕਿਸੇ ਦੇ ਧਰਮ, ਕਿਸੇ ਦੇ ਵਿਸ਼ਵਾਸ, ਕਿਸੇ ਦੀ ਬੋਲੀ, ਕਿਸੇ ਦੇ ਰਹਿਣ ਸਹਿਣ ਕਰਕੇ ਉਹਨੂੰ ਕਿਹਾ ਜਾਵੇ ਉਹਨੂੰ ਮਾਰ ਦਿਓ। ਕਿਉਂ? ਕਿਉਂਕਿ ਇਹਦੀ ਬੋਲੀ ਵੱਖਰੀ ਹੈ। ਕਿਉਂ ਇਹਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ? ਕਿਉਂਕਿ ਇਹ ਨਮਾਜ਼ ਪੜ੍ਹਦਾ ਆ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਮੁਸਲਮਾਨ ਵੀ ਬੈਠੇ ਨੇ, ਮਿਸ਼ਰੇ ਬੈਠੇ ਨੇ, ਅੰਗਰੇਜ਼ ਬੈਠੇ ਨੇ, ਯਹੂਦੀ, ਕ੍ਰਿਸਚਨ। ਤੁਸੀਂ ਦੇਖੋ ਤਾਂ ਸਹੀ ਪੂਰਾ ਦਾ ਪੂਰਾ ਰੰਗ। ਇੱਕ ਨਵਾਂ ਲੈਵਲ ਲੈ ਆਂਦਾ। ਇਹ ਹੈ ਉਸ ਰੂਪ ਦੇ ਵਿੱਚ ਹੁਕਮ ਨੂੰ ਸਮਝ ਕੇ ਤੇ ਉਹਦੇ ਉੱਤੇ ਆਪਣਾ ਕੰਟਰੀਬਿਊਟ ਕਰਦਿਆਂ ਹੋਇਆ ਤੇ ਰੂਹਾਨੀ ਵਿਸ਼ਵਾਸ ਵਿੱਚ ਹਰ ਵਕਤ ਸਰਾਬੋਰ ਰਹਿਣਾ। ਗੁਰੂ ਮਹਾਰਾਜ ਨੇ ਇੱਥੇ ਬਿਆਨ ਕੀਤਾ, ਹੁਕਮੈ ਜੁਗਮੈ ਆਇਆ ਚੱਲਣ ਹੁਕਮ ਸੰਜੋਗ ਜੀਓ। ਕੁਛ ਹੋਰ ਨਹੀਂ ਚੱਲਣਾ ਇੱਥੇ, ਹੁਕਮ ਦਾ ਸੰਜੋਗ ਹੀ ਚੱਲੇਗਾ। ਜਿਸ ਤਰੀਕੇ ਨਾਲ ਚੀਜ਼ਾਂ ਵਿਗੜੀਆਂ ਨੇ ਉਵੇਂ ਹੀ ਸਵਰਨਗੀਆਂ। ਤੁਹਾਨੂੰ ਉਸ ਕ੍ਰਾਈਟੀਰੀਆ 'ਚ ਹੀ ਜਾਣਾ ਪਏਗਾ। ਅਗਲਾ ਬਚਨ ਲਿਖਿਆ, ਹੁਕਮੇ ਪ੍ਰਪੰਚ ਪਸਰਿਆ। ਇਹ ਸਾਰਾ ਪ੍ਰਪੰਚ ਆ। ਪ੍ਰਪੰਚ ਜਿਹਨੂੰ ਕਹਿੰਦੇ ਅਸੀਂ ਆਡੰਬਰ, ਇੱਕ ਤਰ੍ਹਾਂ ਦੇ ਨਾਲ ਇੱਕ ਕਹਿ ਲਓ ਕਿ ਡਰਾਮਾ ਹੈ। ਤਾਂ ਐਕਚੁਅਲੀ ਡਰਾਮਾ ਹੀ ਹੈ ਸਾਰਾ ਦਾ ਸਾਰਾ। ਬੰਦਾ ਜੰਮ ਰਿਹਾ ਹੈ, ਹੱਸ ਰਹੇ ਨੇ, ਖੇਡ ਰਹੇ ਨੇ, ਹੌਲੀ ਹੌਲੀ ਬੁੱਢਾ ਹੋ ਰਿਹਾ ਹੈ, ਐਕਸੀਡੈਂਟ ਹੋ ਗਿਆ, ਮਰ ਗਿਆ, ਰੋ ਰਹੇ ਨੇ, ਕਲਪ ਰਹੇ ਨੇ। ਡਰਾਮਾ। ਇੱਕ ਪਾਸੇ ਬਾਣੀ ਇਹ ਕਹਿ ਰਹੀ ਹੈ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ, ਨਾ ਕੁਝ ਜੰਮ ਰਿਹਾ ਨਾ ਕੁਝ ਮਰ ਰਿਹਾ, ਚਲਾਏ। ਇਹ ਤਾਂ ਡਰਾਮਾ ਚੱਲ ਰਿਹਾ ਸਾਰਾ ਦਾ ਸਾਰਾ। ਪ੍ਰਪੰਚ ਆ। ਪਰ ਇਸ ਪ੍ਰਪੰਚ ਨੂੰ ਬਾਬਾ ਜੀ ਕਹਿੰਦੇ ਨੇ ਹੁਕਮ ਵਿੱਚ ਹੀ ਪਾ ਲਿਆ ਹੈਗਾ। ਇਸੇ ਲੈਵਲ ਤੈਨੂੰ ਸਮਝ, ਇਹ ਉਹਦਾ ਪ੍ਰਪੰਚ ਆ। ਤੇ ਬਚਨ ਆਇਆ, ਹੁਕਮੇ ਪ੍ਰਪੰਚ ਪਸਰਿਆ, ਹੁਕਮ ਕਰੇ ਰਸ ਭੋਗ ਜੀਓ। ਹੁਕਮ ਕਰੇ ਰਸ ਭੋਗ ਜੀਓ। ਇਹ ਜਿਹੜਾ ਜਗਤ ਆ, ਤੁਸੀਂ ਸਵੇਰੇ ਉੱਠਦੇ ਹੋ, ਉੱਠ ਕੇ ਜੀਭ ਦਾ ਸਲਾਈਵਾ ਜਿਹੜਾ ਹੈਗਾ ਆ, ਮਾਊਥ ਵਾਟਰਿੰਗ ਹੁੰਦੀ ਹੈ, ਫੂਡ ਖਾਣ ਨੂੰ ਜੀ ਕਰਦਾ ਹੈ। ਹੁਣ ਫੂਡ ਆ, ਫੂਡ ਦੇ ਵਿੱਚ ਰਸ ਹੈ। ਹੁਣ ਰਸ ਬੰਦੇ ਨੂੰ ਕਿਹਾ ਜਾਏ ਵੀ ਕੋਈ ਨਾ, ਤੂੰ ਆ ਸੁੱਕੀ ਰੋਟੀ 2 ਦਿਨ ਪਹਿਲਾਂ ਪਈ ਹੈ ਵੀ ਖਾ, ਢਿੱਡ ਹੀ ਭਰਨਾ ਨਾ, ਖਾ ਲੈ, ਕੀ ਫਰਕ ਪਏਗਾ? ਬੰਦਾ ਕਹਿੰਦਾ ਜੀ ਇਹਨੂੰ ਤਾਂ ਵੇਖਣ ਨੂੰ ਜੀ ਨਹੀਂ ਕਰਦਾ। ਹੁਣ ਆਪ ਸਪੋਜ਼ ਇਹਨੂੰ ਇਸ ਸਰਲ ਤਰੀਕੇ ਨਾਲ ਦੇਖੋ, ਜਿਹੜੇ ਲੋਕ ਪੰਜਾਬ ਵਿੱਚ ਇਹਦੇ ਆਲੇ ਦੁਆਲੇ ਗਿਰਦੇ ਰਵਾਂ ਵਿੱਚ ਉੱਥੇ ਰਹਿੰਦੇ ਨੇ, they really want to come Canada, America, England, Europe or Australia, New Zealand, in these countries. Why? ਵੱਡਾ ਰੀਜ਼ਨ ਕੀ ਹੈ? ਸਭ ਤੋਂ ਵੱਡਾ ਰੀਜ਼ਨ ਖਾਣ ਪਾਣ, ਰਹਿਣ ਸਹਿਣ ਦੀ ਮੌਜ ਹੈ। ਇਹ ਵੱਡੀ ਗੱਲ ਹੈ। ਮੇਰੇ ਇੱਥੇ ਬੜੇ ਬੜੇ ਪਿਆਰੇ ਲੋਕ ਸੱਜਣ ਹੈਗੇ ਜਿਹੜੇ ਸੱਚ ਬੋਲਦੇ ਨੇ। ਇੱਥੇ ਬੜੀ ਵੈਲ ਆਫ ਫੈਮਿਲੀ ਹੈ। ਮਾਂ ਬਾਪ ਦਿੱਲੀ ਦੇ ਵਿੱਚ ਦੋਨੋਂ ਟੀਚਰ ਸੀਗੇ, ਬਹੁਤ ਵਧੀਆ ਜਿਹੜਾ ਹੈਗਾ ਸਕੂਲਸ ਦੇ ਵਿੱਚ ਆਪਣਾ ਘਰ-ਬਾਰ ਸੀਗਾ। ਅਗਾਂਹ ਸਾਰੇ ਭੈਣ ਭਰਾ ਕੌਨਵੈਂਟ ਸਕੂਲ ਵਿੱਚ ਪੜ੍ਹੇ ਨੇ। 80s ਦੇ ਵਿੱਚ ਘਰ ਦੇ ਵਿੱਚ ਕਾਰ ਵੀ ਸੀ, ਸਕੂਟਰ ਵੀ ਸੀ, everything they have, whatever actually an ordinary family or actually you can say middle class family needs, they had it, ਉਹਨਾਂ ਕੋਲ ਸੀਗਾ। ਜਦੋਂ ਇੱਥੇ ਆਏ ਉਹ ਕਹਿੰਦੇ ਇੱਥੇ ਆ ਕੇ ਪਤਾ ਲੱਗਾ ਹੱਦ ਹੋ ਗਈ, ਸਵਰਗ 'ਚ ਹੀ ਆ ਗਏ ਆ। ਉਹ ਕਹਿੰਦੇ ਗੱਲ ਇਹ ਹੋਈ, ਉਹ ਤੇ ਬਾਅਦ 'ਚ ਪਤਾ ਲੱਗਾ ਵੀ ਇਹ ਮਤਲਬ ਜੂਸ ਵਗੈਰਾ 'ਚ ਸ਼ੂਗਰ ਬੜੀ ਹੁੰਦੀ, ਸਾਰਾ ਕੁਛ। ਕਹਿੰਦੇ ਸਟੋਰ ਨੂੰ ਜਾਣਾ, ਉੱਥੇ ਕਿਤੇ ਜਿਹੜਾ ਜੂਸ ਹੋਣਾ, ਬਸ 2-3 ਕੈਨੀਆਂ ਇਕੱਠੀਆਂ ਚੱਕ ਲੈਣੀਆਂ, ਸਵੇਰੇ ਉੱਠਦਿਆਂ ਨਾਲ 2 ਗਲਾਸ ਜੂਸ ਦੇ ਭਰ ਕੇ ਪੀਣੇ। ਪਹਿਲਾਂ ਕੋਈ ਕਮਾਲ ਹੋ ਗਈ, ਬੜਾ ਔਖਾ ਮਿਲਦਾ ਸੀ। ਅਤੇ ਉੱਥੇ ਕਿੰਨਾ ਮਹਿੰਗਾ ਸੀਗਾ। ਟਰੀਟ ਹੁੰਦਾ ਸੀ ਮਹੀਨੇ 'ਚ ਇੱਕ ਵਾਰ, ਕਿਤੇ ਔਰੇਂਜ ਦਾ, ਮਸੰਮੀ ਦਾ ਜੂਸ ਮਿਲ ਜਾਏ, ਕਿਤੇ ਗਾਜਰ ਦਾ ਜੂਸ ਮਿਲ ਜਾਏ। ਇੱਥੇ ਤੇ ਕਮਾਲ ਹੋ ਗਈ। ਉਹ ਕਹਿੰਦੇ ਇਹ ਸਾਡੇ ਨਾਲ ਹੋਇਆ, ਅਸੀਂ ਤੁਹਾਨੂੰ ਦੱਸ ਰਹੇ ਹਾਂ। ਆਮ ਲੋਕਾਂ ਤੇ ਗੱਲ ਹੀ ਕੀ ਕਰੀਏ। ਤੇ ਫਿਰ ਇਹ ਵੀ ਸੱਚਾਈ ਹੈ। ਮੈਂ ਬਹੁਤ ਸਾਰਾ ਯੋਗਮਤੀਆਂ ਦਾ, ਹੋਰ ਬਹੁਤ ਸਾਰੇ ਲੋਕਾਂ ਦਾ ਲਿਟਰੇਚਰ ਪੜ੍ਹਿਆ, ਕਿਉਂਕਿ ਬਾਬੇ ਨੇ ਨਵਾਜ਼ਿਸ਼ ਕੀਤੀ ਕਿ ਇਹੀ ਵੱਡਾ ਸ਼ੌਂਕ ਬਾਬੇ ਨੇ ਬਖਸ਼ਿਆ, ਕਿਤਾਬਾਂ ਕੁਰੇਦਣੀਆਂ, ਪੜ੍ਹਨੇ ਅੱਖਰ ਹੀ। ਖੈਰ ਮੈਂ ਉਹ 'ਚ ਇੱਕ ਜਗ੍ਹਾ ਪੜ੍ਹ ਰਿਹਾ ਸੀਗਾ, ਭਰਥਰੀ ਦੇ ਸੈਕਟ ਦੀ ਗੱਲ ਆ, ਰਾਜ ਜੋਗੀ ਭਰਥਰੀ ਜਿਹਨੂੰ ਕਹਿੰਦੇ ਨੇ। ਯੋਗੀ ਇੱਕ ਸਭ ਕੁਝ ਤਿਆਗ ਕੇ, monk who have renounced this world, and now he is walking through a actually street, ਜਦੋਂ ਗਲੀ ਦੇ ਵਿੱਚੋਂ ਲੰਘ ਰਿਹਾ, that time he felt aroma,
ਅਰੋਮਾ ਆਫ ਖੀਰ, ਦੁੱਧ ਤੇ ਚੌਲ ਜਦੋਂ ਰਲ ਕੇ ਉਬਲਦੇ ਨੇ, ਤੁਹਾਨੂੰ ਪਤਾ ਕੈਸਾ ਅਰੋਮਾ ਆਉਂਦਾ। ਬੰਦੇ ਦੇ ਨੱਕ 'ਚੋਂ ਅੰਦਰ ਜਦੋਂ ਜਾਂਦਾ ਤੇ ਬੰਦੇ ਦੇ ਅੰਦਰ ਇੱਕਦਮ ਜਿਹੜਾ ਹੈਗਾ ਮਾਊਥ ਵਾਟਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਇੱਕਦਮ ਖਿਆਲ ਆਇਆ ਖੀਰ ਬਣ ਰਹੀ ਹੈ, ਆਹੀ ਘਰ ਆ ਜਿਹੜਾ ਗਲੀ ਵਾਲਾ ਹੈ ਨਾਲ ਵਾਲਾ, ਇਹਦੇ 'ਚ ਹੀ ਬਣ ਰਹੀ ਹੈ। ਮਨ ਆਇਆ ਖੀਰ ਖਾਣੀ ਹੈ, ਖੀਰ ਖਾਣ ਨੂੰ ਜੀ ਕਰ ਆਇਆ। ਦਰਵਾਜ਼ਾ ਖੜਕਾਤਾ, ਦਰਵਾਜ਼ਾ ਖੜਕਾਇਆ ਤਾਂ ਉਹਨਾਂ ਨੇ ਬੂਹਾ ਖੋਲ੍ਹਤਾ। ਜੋ ਕਹਿੰਦਾ ਜੀ ਮੈਨੂੰ ਪਤਾ ਮਹਿਕ ਆ ਰਹੀ ਹੈ, ਖੀਰਾਂ ਬਣ ਰਹੀਆਂ ਨੇ, ਥੋੜ੍ਹੀ ਖੀਰ ਹੀ ਦੇ ਦਿਓ ਖਾਣ ਨੂੰ। ਉਹਨੇ ਕਿਹਾ ਥੋੜ੍ਹਾ ਅੰਦਰ ਨੂੰ ਆ ਜਾ, ਦੇ ਦੇਣੇ ਆ। ਅੰਦਰ ਆ ਗਿਆ, ਉਹਨਾਂ ਝਿੜਕਾਂ ਵੀ ਮਾਰੀਆਂ, ਧੱਕੇ ਵੀ ਮਾਰੇ ਤੇ ਦੋ ਚਾਰ ਹੋਰ ਵੀ ਗੱਲਾਂ ਸੁਣਾਈਆਂ। ਤੇ ਇੱਕ ਵੱਡਾ ਤਿਆਗੀ ਬਣਿਆ ਫਿਰਦਾ ਹੈਗਾ, ਖੀਰਾਂ ਖਾਣੀਆਂ ਨੇ, ਆਪਣੀਆਂ ਨਹੀਂ ਬਣਦੀਆਂ, ਨੱਠ ਜਾ ਤੂੰ। ਇਸ ਤਰੀਕੇ ਨਾਲ ਬੜਾ ਮਨ ਵਿੱਚ ਮਲਾਲ ਆਇਆ, ਆਪਣੇ ਆਪ ਨੂੰ ਚਪੇੜਾਂ ਮਾਰਦਾ, ਓਏ ਹੋਏ ਹੋਏ ਹੋਏ, ਆਹ ਕੀ ਜਲਾਲਤ ਹੋਈ। ਫਿਰ ਖਿਆਲ ਆਇਆ ਵੀ ਉਹ ਹੋ ਇਹ ਤੇ ਵਾਕਿਆ ਜੀ ਭਾਈ ਸੰਸਾਰ ਛੱਡਿਆ, ਤਿਆਗੀ ਹੋ ਗਿਆ ਵਾ। ਖੈਰ ਕਰ ਕਰਾ ਕੇ ਗੁੱਸੇ 'ਚ ਭਰੇ ਹੋਏ ਸਾਰੇ ਦੇ ਵਿੱਚ ਕਿਸੇ ਜਾ ਕੇ ਕਿਸੇ ਹੋਰ ਕੀ ਗੱਲ ਕੀਤੀ। ਉਹ ਕਹਿੰਦਾ ਚਲੋ ਕੋਈ ਗੱਲ ਨਹੀਂ, ਐਵੇਂ ਹੋ ਜਾਂਦਾ। ਕਹਿੰਦਾ ਨਹੀਂ ਨਹੀਂ, ਇਸ ਮਨ ਨੂੰ ਮਾਰਨਾ ਆ, ਇਸ ਮਨ ਨੇ ਬਹੁਤ ਤੰਗ ਕੀਤਾ ਆ, ਬੜੀ ਬੇਇੱਜ਼ਤੀ ਕਰਾਈ ਅੱਜ ਮੇਰੀ। ਕਿਵੇਂ ਕਰੇਗਾ? ਇੰਤਜ਼ਾਮ ਕੀਤਾ, ਕੁਝ 5-7-10 ਲੀਟਰ ਦੁੱਧ ਲਿਆਂਦਾ, ਕੁਝ ਚੌਲ ਲਿਆਂਦੇ, ਚੌਲ ਲਿਆ ਕੇ ਪਾ ਕੇ ਪਤੀਲਾ ਖੀਰ ਦਾ ਰਿੰਨਿਆ, ਰਿੰਨ ਕੇ ਤੇ ਥਾਲ ਭਰ ਕੇ ਖਾਣ ਲੱਗਾ। ਹੁਣ ਕਪੈਸਿਟੀ ਕਿੰਨੀ ਕੁ ਹੈ ਬੰਦੇ ਦੀ? 200 ਗ੍ਰਾਮ, 400 ਗ੍ਰਾਮ, 500 ਗ੍ਰਾਮ, 1 kg, 2 kg, ਕਿੰਨਾ ਖਾ ਜਾਏਗਾ? ਖਾ ਗਿਆ ਇੱਕ ਖਾਲ, ਥੋ ਖਾਲ। ਹੁਣ ਕੀ ਹੋਇਆ? ਹੁਣ ਢਿੱਡ ਭਰ ਗਿਆ। ਹੁਣ ਉਹ ਢਿੱਡ ਕਹਿੰਦਾ ਬਸ ਹੋਰ ਨਹੀਂ, ਕਹਿੰਦਾ ਨਹੀਂ ਹੁਣ ਤੇ ਖਾਣੀ ਹੈ। ਬੜੀ ਬੇਇੱਜ਼ਤੀ ਕਰਾਈ। ਉਹ ਫਿਰ ਚਮਚਾ ਭਰ ਕੇ ਅੰਦਰ ਸੱਟਦਾ, ਉਹ ਅੰਦਰ ਸੱਟਦਾ ਤੇ ਅੰਦਰ ਜਾਂਦਾ ਨਹੀਂ, ਬਾਹਰ ਆਉਂਦਾ, ਫਿਰ ਫੜ ਕੇ ਫਿਰ ਅੰਦਰ ਸੱਟਦਾ। ਇਸ ਤਰੀਕੇ ਨਾਲ ਲਗਾਤਾਰ ਆਪਣੇ ਆਪ ਨੂੰ ਟੌਰਚਰ ਕਰਦਾ, ਬਿਮਾਰ ਹੋ ਜਾਂਦਾ। ਉਹ ਕਹਿੰਦੇ ਹਠ ਯੋਗ ਇਹਨੂੰ ਕਿਹਾ ਜਾਂਦਾ। ਐਵੇਂ ਕਰੋ, ਮੁੜ ਕੇ ਮੂੰਹ ਨਹੀਂ ਕਰੇਗਾ ਇੱਧਰ ਇੱਧਰ ਜਾਣ ਵਾਸਤੇ। ਸਿੱਖੀ ਨੇ ਨਾ ਸਿਖਾਇਆ, ਸਿੱਖੀ ਨੇ ਸਿਖਾਇਆ ਆਪਣੇ ਆਪ ਨੂੰ ਕੰਟਰੋਲ ਕਰੋ ਸਹਿਜ ਵਿੱਚ। ਇਹ ਕੁਦਰਤ ਦਾ ਨਿਯਮ ਹੈ। ਇਹ ਗਲੈਂਡ ਕੁਦਰਤ ਨੇ ਬਣਾਏ ਨੇ, ਤੁਸੀਂ ਨਹੀਂ ਬਣਾਏ। ਜਿਹੜੇ ਮਾਊਥ ਵਾਟਰਿੰਗ ਕਰਦੇ ਨੇ, ਹਾਰਮੋਨਸ ਕੁਦਰਤ ਬਿਲਡ ਕਰ ਰਹੀ ਹੈ, ਤੁਸੀਂ ਨਹੀਂ ਕਰ ਰਹੇ। ਇਹ ਧੱਕਾ ਆਪਣੇ ਆਪ ਨਾਲ ਨਾ ਕਰੋ। ਫਿਰ ਰਸ ਭੋਗ ਬਾਬਾ ਜੀ, ਹਾਂ ਇਹ ਹੁਕਮ ਹੈ ਉਹਦਾ, ਪਰ ਕਿਸੇ ਕ੍ਰਾਈਟੇਰੀਏ 'ਚ। ਉਹ ਹੁਕਮ ਵੀ ਬਾਤ ਹੈ, ਧਰਮ ਨਾਲ ਕਿਹਾ ਆ। ਸੋ ਜੇ ਧਰਮ ਦੀ ਪਾਲਣਾ ਕਰੋਗੇ, ਚੋਰੀ ਨਹੀਂ ਕਰਨੀ, ਠੱਗੀ ਨਹੀਂ ਕਰਨੀ, ਲੁੱਟਮਾਰ ਨਹੀਂ ਕਰਨੀ, ਮਿਹਨਤ ਕਰਨੀ ਹੈ। ਮਿਹਨਤ ਕਰਕੇ ਆਪ ਖਾਣਾ ਆ, ਕਿਰਤ ਵਿਰਤ ਕਰ ਧਰਮ ਦੀ। ਆਪ ਉਸ ਚੀਜ਼ ਨੂੰ ਕਮਾ ਕੇ ਹੰਡਾਣਾ ਆ, ਹੱਥੋਂ ਦੇ ਕੇ ਭਲਾ ਮਨਾਏ, ਪਰਉਪਕਾਰ ਵੀ ਕਰਨਾ ਆ, ਇਹ ਵੀ ਨਾਲ ਆ। ਰਸ ਭੋਗ ਦਾ ਇੱਕ ਇਸ ਲੈਵਲ ਤੇ ਲਿਆਂਦੀ ਬਾਤ। ਗੁਰੂ ਬਾਬਾ ਜੀ ਨੇ ਜਿਹੜਾ ਬਚਨ ਲਿਖਿਆ ਇੱਥੇ, ਸਾਹਿਬ ਕਹਿੰਦੇ ਹੁਕਮੇ ਪਰਪੰਚ ਪਸਰਿਆ, ਹੁਕਮ ਕਰੇ ਰਸ ਭੋਗ ਜੀਓ, ਜਿਸ ਨੂੰ ਕਰਤਾ ਵਿਸਰੈ। ਜਦੋਂ ਇਸ ਰਸ ਭੋਗ ਦੇ ਸੰਸਾਰ 'ਚ ਖਾਂਦਿਆਂ ਹੰਡਾਉਂਦਿਆਂ ਦੇਣ ਵਾਲਾ ਦਾਤਾ ਭੁੱਲ ਜਾਂਦਾ ਹੈ, ਵਾਹਿਗੁਰੂ ਭੁੱਲ ਜਾਂਦਾ ਹੈ। ਬਾਣੀ ਕਹਿੰਦੀ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾ ਹੀ ਮਰਨ ਵਿਚਾਰਾ। ਲਾਚਾਰਗੀ ਹੋ ਗਈ ਬੰਦੇ ਦੀ, ਇੱਥੇ ਮਰੇਗਾ ਫਿਰ। ਸਾਹਿਬ ਕਹਿੰਦੇ ਉਹਨੂੰ ਨਾ ਭੁੱਲ, ਜਿਹਨੇ ਦਿੱਤਾ ਹੈ ਉਹਦਾ ਸ਼ੁਕਰਗੁਜ਼ਾਰ ਰਹੋ। ਜਿਸ ਨੂੰ ਕਰਤਾ ਵਿਸਰੈ ਤਿਸੈ ਵਿਛੋੜਾ ਸੋਗ ਜੀਓ, ਫਿਰ ਉਹਨੂੰ ਵਿਛੋੜੇ ਦਾ ਸੋਗ ਹੈ। ਅਦਰਵਾਈਜ਼ ਉਹ ਤੇ ਮਿੱਤ ਹੈ ਸਾਡਾ, ਉਹ ਤੇ ਸੱਜਣ ਹੈ, ਤੇ ਉਸ ਸੱਜਣ ਨਾਲ ਸਾਂਝ ਪਾ ਕੇ ਅਸੀਂ ਉਹਦੀ ਤਾਰੀਫ ਤੇ ਉਹਦੇ ਗੁਣਗਾਨ ਕਰ ਸਕਦੇ ਹੈਗੇ ਹਾਂ। ਪਦਾ ਬਾ ਪਦਾ ਦੀ ਵਿਵੇਚਨਾ ਕਮਾਲ ਹੈ। ਬਾਣੀ ਦਾ ਹਰ ਸ਼ਬਦ, ਹਰ ਲਾਈਨ, ਹਰ ਲਫ਼ਜ਼ ਹੀ ਕਮਾਲ ਹੈ ਜੀ ਉਸ ਲੈਵਲ ਤੇ। ਪਰ ਜਿਵੇਂ ਸ਼ਬਦ ਦੀ ਬਣਤਰ ਆ, ਹੁੰਦਾ ਸਮਾਂ ਜਿਵੇਂ ਅਲਾਓ ਕਰੇਗਾ, ਰਹਿੰਦੇ ਪਦਿਆਂ ਦੀ ਵਿਵੇਚਨਾ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਹੈ। ਭੁੱਲਾਂ ਨਾ ਸਤਾਰਨੀਆਂ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।